ਯਿਸੂ ਮਸੀਹ ਦੇ ਪਵਿੱਤਰ ਨਾਮ ਚ ਆਪ ਸਭ ਨੂੰ ਪਿਆਰ ਭਰੀ ਜੈ ਮਸੀਹ ਦੀ ਤੇ ਸਲਾਮ ਕਬੂਲ। Praise the Lord to all my dear brothers and sisters in the name of Jesus Christ. ਸੋ ਪ੍ਰਭੂ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਿ ਉਸਨੇ ਤੁਹਾਨੂੰ ਔਰ ਮੈਨੂੰ ਸਭ ਨੂੰ ਸਲਾਮਤ ਰੱਖਿਆ ਹੈ। So a great thanks to Lord Jesus Christ who have saved you and as well as us. ਔਰ ਉਸਨੇ ਸਾਨੂੰ ਸਵਰਗੀ ਆਪਣੇ ਬੇਸ਼ਕੀਮਤ ਵਚਨ ਦਿੱਤੇ ਹਨ, ਇਸ ਲਈ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ। For he has given us his holy words that we should thanks to Lord Jesus Christ. ਲੂਕਾ 1:37 ਦੇ ਵਿੱਚ ਕਿਹਾ ਹੈ ਕਿ ਪਰਮੇਸ਼ਵਰ ਦਾ ਇੱਕ ਵੀ ਵਚਨ ਸ਼ਕਤੀ ਤੋਂ ਖਾਲੀ ਨਹੀਂ ਹੈ। It is written that the word of God is not without any mighty powers. ਪਰ ਆਪਾਂ ਉਸ ਵਚਨ ਦੀ ਇੱਜ਼ਤ ਔਰ ਆਦਰ ਕਰਨਾ ਹੈ। But we should respect his words. ਲੂਕਾ 11:4 ਵਿੱਚ ਪ੍ਰਭੂ ਦੀ ਪ੍ਰਾਰਥਨਾ ਦੇ ਵਿੱਚ ਇਹ ਸਾਨੂੰ ਆਗਿਆ ਮਿਲਦੀ ਹੈ। In Luke 11 verse 4, it is a commandment of Lord Jesus Christ. ਉੱਥੇ ਲਿਖਿਆ ਹੈ, ਪਿਤਾ ਸਾਡੇ ਕਸੂਰਾਂ ਨੂੰ ਮਾਫ ਕਰ ਜਿਵੇਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। It is written, and forgive us our sins, for we also forgive everyone who is indebted to us. ਇਸ ਦਾ ਮਤਲਬ ਜੇ ਅਸੀਂ ਮਾਫ ਨਹੀਂ ਕਰਾਂਗੇ ਤਾਂ ਪਰਮੇਸ਼ਰ ਵੱਲੋਂ ਵੀ ਸਾਨੂੰ ਮਾਫੀ ਨਹੀਂ ਮਿਲੇਗੀ। It means that if we will not forgive our sinners, then God will also not forgive our debts. ਜੇ ਮੱਤੀ ਦੀ ਅੰਜੀਲ ਅਸੀਂ ਉਸ ਦਾ 18 ਅਧਿਆਇ ਦੇ ਵਿੱਚ ਦੇਖੀਏ ਤਾਂ ਪਤਰਸ ਯਿਸੂ ਮਸੀਹ ਨੂੰ ਪੁੱਛਦਾ ਹੈ ਕਿ हे ਪ੍ਰਭੂ ਮੈਂ ਆਪਣੇ ਭਰਾ ਨੂੰ ਕਿੰਨੇ ਵਾਰ ਮਾਫ ਕਰਾਂ। Then Peter came to him and said, Lord, how often shall my brother sin against me and I forgive him? Up to 7 times? ਇੱਥੇ ਪਤਰਸ ਸੋਚਦਾ ਹੈ ਕਿ ਸ਼ਾਇਦ 7 ਵਾਰ ਮਾਫ ਕਰਨ ਨਾਲ ਹੀ ਮੇਰਾ ਜਿਹੜਾ ਸਾਰਾ ਮੁਕੰਮਲ ਹੋ ਜਾਏਗਾ। Here Peter is thinking that if I will forgive 7 times, then it will be enough for me. ਪਰ ਯਿਸੂ ਮਸੀਹ ਨੇ ਉਸ ਨੂੰ ਕਿਹਾ ਸਿਰਫ 7 ਵਾਰ ਨਹੀਂ ਬਲਕਿ 70 ਗੁਣਾ 7 ਵਾਰ ਮਾਫ ਕਰਨਾ ਹੈ। But the Lord Jesus Christ said that you should not forgive only 7 times, but 70 into 7 times you should forgive. ਇਸ ਦਾ ਮਤਲਬ ਹੈ ਕਿ ਸਾਨੂੰ ਹਰ ਸਮੇਂ ਮਾਫ ਕਰਦੇ ਜਾਣਾ ਚਾਹੀਦਾ ਹੈ। It means that every time in any way we should forgive our brothers. ਕਿਉਂਕਿ ਆਪਾਂ ਸਾਰੇ ਹੀ ਭੁੱਲਣਹਾਰ ਹਾਂ। Because we all are sinners. ਸਾਨੂੰ ਹਰ ਰੋਜ਼ ਪਰਮੇਸ਼ਰ ਪਿਤਾ ਕੋਲੋਂ ਮਾਫੀ ਦੀ ਜ਼ਰੂਰਤ ਹੈ। In daily routines we should pray to Lord to forgive us. ਜੇਕਰ ਅਸੀਂ ਮਾਫ ਕਰਦੇ ਜਾਵਾਂਗੇ ਸਾਡਾ ਸਵਰਗੀ ਪਿਤਾ ਸਾਨੂੰ ਮਾਫ ਕਰਦਾ ਜਾਏਗਾ। If we forgive, Jesus Christ will also forgive us. ਪ੍ਰਭੂ ਯਿਸੂ ਮਸੀਹ ਨੇ ਸਲੀਬ ਦੇ ਉੱਪਰ ਲਟਕੇ ਹੋਏ ਵੀ ਇਹੀ ਸਾਨੂੰ ਸਿੱਖਿਆ ਦਿੱਤੀ ਜਦੋਂ ਉਹਨਾਂ ਨੇ ਕਿਹਾ हे ਪਿਤਾ ਇਹਨਾਂ ਨੂੰ ਮਾਫ ਕਰ, ਇਹ ਨਹੀਂ ਜਾਣਦੇ ਕੀ ਕਰ ਰਹੇ ਹਨ। When Jesus was crucified, he said to Lord, Lord, please forgive them, for they do not know what they are doing. ਫਿਲਿੱਪੀਆਂ 2:5 ਵਿੱਚ ਕਿਹਾ ਹੈ ਤੁਹਾਡਾ ਵੀ ਉਹੀ ਸੁਭਾਅ ਹੋਵੇ ਜੋ ਪ੍ਰਭੂ ਯਿਸੂ ਮਸੀਹ ਦਾ ਸੀ। In Philippians 2:5 it is written, your behavior should be like the Lord. ਉਤਪਤ ਦੀ ਪੁਸਤਕ ਦੇ ਵਿੱਚ ਅਸੀਂ ਯੂਸੁਫ ਦੇ ਇਤਿਹਾਸ ਬਾਰੇ ਜਾਣਦੇ ਹਾਂ। In Genesis we learn from Joseph's life. ਜੋ ਆਪਣੇ 11 ਭਰਾਵਾਂ ਦੇ ਵਿੱਚ ਰਹਿਣ ਵਾਲਾ ਸੀ। Lives among his 11 other brothers. ਜਦੋਂ ਅਸੀਂ ਉਸਦੇ ਭਰਾਵਾਂ ਵੱਲ ਨਿਗਾਹ ਮਾਰਦੇ ਹਾਂ ਉਹ ਝਗੜਾਲੂ ਸੀ ਔਰ ਉਹਨਾਂ ਨੇ ਯੂਸੁਫ ਦਾ ਵੀ ਲਿਹਾਜ਼ ਨਹੀਂ ਕੀਤਾ। They always keep on fighting with others and they do not think about their own brother. ਪਰ ਯੂਸੁਫ ਦਾ ਦਿਲ ਮਾਫ ਕਰਨ ਵਾਲਾ ਸੀ। But Joseph's heart was forgiven hearted. ਉਸ ਦੇ ਉੱਪਰ ਬਹੁਤ ਸਾਰੀਆਂ ਪ੍ਰੀਖਿਆਵਾਂ ਆਈਆਂ ਤੇ ਵਿਰੋਧਤਾਵਾਂ ਹੋਈਆਂ। Many temptations and oppositions came on his life. ਪਰ ਯੂਸੁਫ ਮਾਫ ਕਰਦਾ ਗਿਆ ਔਰ ਅੱਗੇ ਵਧਦਾ ਗਿਆ। But Joseph keeps on forgiving others. ਪਰ ਉਹ ਪਰਮੇਸ਼ਵਰ ਦੇ ਵਿਰੁੱਧ ਔਰ ਆਪਣੇ ਸਵਾਮੀ ਦੇ ਵਿਰੁੱਧ ਕਦੇ ਵੀ ਪਾਪ ਵਿੱਚ ਨਹੀਂ ਡਿੱਗਾ। But he did not dig in a sin against the Lord and his own master. ਔਰ ਉਹ ਮਾਫ ਕਰਦਾ ਗਿਆ ਤੇ ਪ੍ਰਭੂ ਦੀ ਕਿਰਪਾ ਵਿੱਚ ਵਧਦਾ ਗਿਆ। But he keeps on moving and forgiving. ਔਰ ਅਖੀਰ ਪਰਮੇਸ਼ਵਰ ਦੀ ਵੱਡੀ ਕਿਰਪਾ ਦੇ ਨਾਲ
ਉਹ ਮਿਸਰ ਦਾ ਦੂਸਰੇ ਦਰਜੇ ਦਾ ਬਾਦਸ਼ਾਹ ਬਣਿਆ। By the grace of God, he became the prime minister of Egypt. ਕਿਉਂਕਿ ਪਰਮੇਸ਼ਵਰ ਦੀ ਇਹ ਇੱਛਾ ਹੈ ਔਰ ਉਸ ਨੂੰ ਚੰਗਾ ਲੱਗਦਾ ਹੈ ਕਿ ਅਸੀਂ ਮਾਫ ਕਰਦੇ ਜਾਈਏ। But it is the will of God that we should forgive others. ਜਦੋਂ ਅਸੀਂ ਇੱਕ ਦੂਸਰੇ ਨੂੰ ਆਪਣੇ ਵਿਰੋਧੀਆਂ ਨੂੰ ਮਾਫ ਕਰਦੇ ਜਾਵਾਂਗੇ ਪਰਮੇਸ਼ਵਰ ਸਾਨੂੰ ਉੱਚਾ ਕਰਦਾ ਜਾਏਗਾ। If we will forgive others, then Lord will keeps on making us on high position. ਪਰਮੇਸ਼ਵਰ ਨੇ ਕਿਹਾ ਹੈ ਕਿ ਬਦਲਾ ਮੈਂ ਹੀ ਲਵਾਂਗਾ, ਤੁਸੀਂ ਬਦਲਾ ਨਹੀਂ ਲੈਣਾ। Lord Jesus Christ said, I will take revenge. You should not take your own revenge. ਇਸ ਕਰਕੇ ਸਾਨੂੰ ਪਰਮੇਸ਼ਵਰ ਦੇ ਵਚਨ ਦਾ ਆਦਰ ਕਰਨਾ ਹੈ। So that's why we should respect the word of God. ਪਿਛਲੇ ਦਿਨਾਂ ਵਿੱਚ ਮੈਂ ਨਾਈਜੀਰੀਆ ਦੇ ਇੱਕ ਪਾਸਟਰ ਡੈਨੀਅਲ ਦੀ ਗਵਾਹੀ ਸੁਣੀ। In the last past days, I've heard the testimony of Nigerian pastor Daniel. ਉਹ ਇੱਕ ਐਕਸੀਡੈਂਟ ਦੇ ਵਿੱਚ ਉਸ ਦੀ ਡੈਥ ਹੋ ਗਈ ਔਰ ਉਸ ਤੋਂ ਬਾਅਦ ਉਸ ਦਾ ਆਤਮਾ ਸਵਰਗ ਵਿੱਚ ਚਲਾ ਗਿਆ। He died in an accident and his spirit went to heaven. ਪਰਮੇਸ਼ਰ ਨੇ ਉਸ ਨੂੰ ਸਵਰਗ ਵਿਖਾਇਆ, ਫਿਰ ਉਸ ਨੂੰ ਨਰਕ ਦੇ ਵਿੱਚ ਵੀ ਲੈ ਕੇ ਗਿਆ। The Lord showed him the heaven and the hell. ਉੱਥੇ ਦੂਤ ਨੇ ਦਾਨੀਏਲ ਨੂੰ ਆਖਿਆ ਕਿ हे ਦਾਨੀਏਲ, ਜੇ ਅੱਜ ਹੀ ਤੇਰਾ ਹਿਸਾਬ ਕੀਤਾ ਜਾਏ ਤਾਂ ਤੇਰਾ ਹਿੱਸਾ ਨਰਕ ਦੀ ਅੱਗ ਵਿੱਚ ਹੋਏਗਾ। And an angel said to Daniel, Lord judges you today, then your result will be in hell. ਇਹ ਗੱਲ ਸੁਣ ਕੇ ਦਾਨੀਏਲ ਬਹੁਤ ਦੁਖੀ ਹੋਇਆ ਤੇ ਘਬਰਾਇਆ ਕਿ ਮੈਂ ਤਾਂ ਪ੍ਰਭੂ ਦਾ ਦਾਸ ਹਾਂ, ਮੇਰਾ ਹਿੱਸਾ ਨਰਕ ਵਿੱਚ ਨਹੀਂ ਹੋਣਾ ਚਾਹੀਦਾ। By listening this, he was very worried and he was in great fear, and he was shouting that I am the servant of Lord. How could it be to me? ਦੂਤ ਨੇ ਉਸ ਨੂੰ ਆਖਿਆ, ਦਾਨੀਏਲ, ਜਦੋਂ ਤੂੰ ਆਪਣੀ ਪਤਨੀ ਨੂੰ ਮਾਫ ਨਹੀਂ ਕੀਤਾ ਤਾਂ ਹੁਣ ਤੈਨੂੰ ਵੀ ਮਾਫੀ ਨਹੀਂ ਮਿਲੇਗੀ। But the angel of Lord said, Daniel, if you have not forgiven your wife, then how the Lord will forgive you? ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ We learn from this ਕਿ ਸਾਨੂੰ ਸਭਨਾਂ ਨੂੰ ਹੀ ਮਾਫ ਕਰਨ ਦੇ ਵਿੱਚ ਸਾਡਾ ਭਲਾ ਹੋਏਗਾ। that it is beneficial for us to forgive others. ਸੋ ਦਾਨੀਏਲ ਆਪਣੀ ਮੌਤ ਤੋਂ ਤੀਸਰੇ ਦਿਨ ਫਿਰ ਜ਼ਿੰਦਾ ਕੀਤਾ ਗਿਆ ਔਰ ਧਰਤੀ ਤੇ ਵਾਪਸ ਉਹ ਜੀ ਉੱਠਿਆ। So Daniel was raised from dead on the third day. ਸੋ ਸਾਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ। So we must take lesson from this story. ਅਗਰ ਅਸੀਂ ਮਾਫ ਕਰਨ ਵਾਲਾ ਦਿਲ ਨਹੀਂ ਰੱਖਦੇ ਤਾਂ ਫਿਰ ਨਰਕ ਦੀ ਅੱਗ ਦੇ ਵਿੱਚ, ਬਲਕਿ ਭਿਆਨਕ ਅੱਗ ਦੇ ਵਿੱਚ ਸੜਨ ਦੇ ਲਈ ਤਿਆਰ ਰਹਿਣਾ ਪਵੇਗਾ। If we did not forgive others, or if we have not the forgiven hearted heart, then get ready to burn in the hell. ਅੱਜ ਤੋਂ ਹੀ ਆਪਣੇ ਸਭ ਵਿਰੋਧੀਆਂ ਨੂੰ ਮਾਫ ਕਰ ਦੇਣਾ ਚਾਹੀਦਾ ਹੈ। so from today we should forgive all debtors. ਇਸ ਦੇ ਨਾਲ ਜਾਂ ਦੂਸਰਿਆਂ ਨੂੰ ਮਾਫ ਕਰਨ ਦੇ ਨਾਲ ਪਰਮੇਸ਼ਵਰ ਨਵੇਂ-ਨਵੇਂ ਰਸਤੇ ਤੁਹਾਡੇ ਲਈ ਖੋਲਣ ਲਈ ਤਿਆਰ ਹੋ ਜਾਏ। If you will forgive others, then the Lord will prepare a new way for you in every phase of life. ਇਹੀ ਤੁਹਾਡੇ ਵੱਲੋਂ ਪਰਮੇਸ਼ਵਰ ਦੇ ਵਚਨ ਦਾ ਸੱਚਾ ਆਦਰ ਹੋਏਗਾ। Is a true respect of the word of God. ਔਰ ਪਰਮੇਸ਼ਵਰ ਉਹਨਾਂ ਦਾ ਆਦਰ ਕਰਨ ਲਈ ਤਿਆਰ ਹੁੰਦਾ ਹੈ ਜਿਹੜੇ ਉਸ ਦੇ ਵਚਨ ਦਾ ਆਦਰ ਕਰਦੇ ਹਨ। Lord always respect those who respect His words. ਆਓ ਅੱਜ ਇਸ ਵਚਨ ਦੇ ਮੈਸੇਜ ਨੂੰ ਆਪਾਂ ਇੱਕ ਸੱਚੇ ਵਾਅਦੇ ਨਾਲ ਬੰਦ ਕਰੀਏ। Today let's close this topic by promising ਕਿ ਅਸੀਂ ਬਦਲਾ ਨਹੀਂ ਲਵਾਂਗੇ, ਇਹ ਪਰਮੇਸ਼ਵਰ ਦੇ ਹੱਥ ਵਿੱਚ ਹੈ, ਪਰ ਅਸੀਂ ਦਿਲ ਤੋਂ ਇੱਕ ਦੂਸਰੇ ਨੂੰ ਮਾਫ ਕਰਦੇ ਜਾਵਾਂਗੇ। that we will not take any revenge from others. It is the work of God to take revenge. The only work is that we should forgive others. ਪਰਮੇਸ਼ਵਰ ਤੁਹਾਨੂੰ ਬਹੁਤ ਬਹੁਤ ਆਸ਼ੀਸ਼ ਦੇਵੇ। God bless you.